ਹੁਣ ਜਿਸ ਵਕਤ ਇਹਦੇ ਪ੍ਰਾਣ ਸਰੀਰ ਦੇ ਵਿੱਚੋਂ ਨਿਕਲਦੇ ਹਨ, ਉਸ ਵਕਤ ਇਹਦਾ ਸਰੀਰ ਜੋ ਹੈ ਅੰਗੂਠੇ ਜਿੰਨਾ ਹੁੰਦਾ ਹੈ, ਇੱਕ ਅੰਗੂਠੇ ਭਰ ਜਿੰਨਾ। ਤੇ ਉਸ ਅੰਗੂਠੇ ਭਰ ਦੇ ਸਰੀਰ ਦੇ ਗਲ ਦੇ ਵਿੱਚ ਜੰਮ ਫਾਹੀ ਪਾ ਲੈਂਦੇ ਹਨ। ਫਾਹੀ ਪਾ ਕਰਕੇ ਇਸ ਨੂੰ ਕੁੱਟਦੇ ਹੋਏ, ਮਾਰਦੇ ਹੋਏ, ਜਿਹੋ ਜਿਹਾ ਕਿਸੇ ਨੇ ਕਰਮ ਕੀਤਾ ਹੁੰਦਾ ਹੈ, 4 ਕੜੀ ਜਾਂ 6 ਕੜੀ ਦੇ ਵਿੱਚ ਧਰਮ ਰਾਜਾ ਦੀ ਸਾਰੀ ਪੁਰੀ ਦਿਖਾਲ ਕੇ, ਸਾਰੇ ਨਰਕਾਂ ਨੂੰ ਦਿਖਾਲ ਕੇ ਮੁੜ ਕੇ ਫਿਰ ਇਸ ਧਰਤੀ ਦੇ ਉੱਤੇ ਲੈ ਆਉਂਦੇ ਹਨ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਸ ਵਕਤ ਮੁੜ ਕੇ ਫਿਰ ਇਸ ਧਰਤੀ 'ਤੇ ਆਉਂਦਾ ਹੈ ਤੇ ਆਪਣੇ ਮ੍ਰਿਤਕ ਸਰੀਰ ਨੂੰ ਦੇਖ ਕੇ ਉਹਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਮੈਂ ਉਹਦੇ ਵਿੱਚ ਪ੍ਰਵੇਸ਼ ਕਰ ਸਕਾਂ, ਪਰ ਜਮਾ ਨੇ ਇਸ ਨੂੰ ਬੰਨਿਆ ਹੁੰਦਾ, ਇਸ ਕਰਕੇ ਉਹਦੇ ਵਿੱਚ ਜਾ ਨਹੀਂ ਸਕਦਾ। ਫਿਰ ਇਹ ਪਿਆ ਵਿਲਕਦਾ ਤਾਹਾਂ ਮਾਰਦਾ ਹੈ। ਉਸ ਵਕਤ ਜਿਹੜਾ ਇਸ ਦੇ ਮਰਨ ਤੋਂ ਬਾਅਦ ਜੋ ਪਿੰਡ ਭਰਾਉਂਦੇ ਹਨ ਉਹ ਇਸ ਨੂੰ ਮਿਲਦੇ ਹਨ। ਪਹਿਲੇ ਦਿਨ ਦਾ ਪਿੰਡ ਜਿਸ ਦੇ ਨਾਲ ਇਹਦਾ ਸਿਰ ਬਣਦਾ ਹੈ, ਦੂਸਰੇ ਦਿਨ ਦਾ ਪਿੰਡ ਜੋ ਭਰਾਉਂਦੇ ਹਨ ਉਹਦੇ ਨਾਲ ਇਹਦੀ ਗਰਦਨ ਬਣਦੀ ਹੈ, ਤੀਸਰੇ ਦਿਨ ਦੇ ਪਿੰਡ ਦੇ ਨਾਲ ਇਹਦਾ ਹਿਰਦਾ ਬਣਦਾ ਹੈ, ਚੌਥੇ ਦਿਨ ਦੇ ਪਿੰਡ ਦੇ ਨਾਲ ਇਹਦੀ ਨਾਭੀ ਬਣਦੀ ਹੈ, ਪੰਜਵੇਂ ਦਿਨ ਦੇ ਪਿੰਡ ਦੇ ਨਾਲ ਇਹਦੀ ਪਿੱਠ ਬਣਦੀ ਹੈ, ਤੇ ਛੇਵੇਂ ਪਿੰਡ ਦੇ ਨਾਲ ਇਹਦੀ ਕਮਰ ਬਣਦੀ ਹੈ, ਸੱਤਵੇਂ ਪਿੰਡ ਦੇ ਨਾਲ ਇਹਦੀ ਜੰਘਾ ਬਣਦੀ, ਅੱਠਵੇਂ ਪਿੰਡ ਦੇ ਨਾਲ ਇਹਦੀਆਂ ਲੱਤਾਂ ਬਣਦੀਆਂ, ਪੈਰ ਬਣਦੇ, ਨੌਵੇਂ ਪਿੰਡ ਦੇ ਨਾਲ ਇਹਦੇ ਨਹੁੰ ਉੱਤੇ ਰੋਮ ਬਣਦੇ ਹਨ, 10ਵੇਂ ਪਿੰਡ ਦੇ ਨਾਲ ਇਹਦੀ ਪੁਖਤਰੇ ਮਿਟਣ ਵਾਲੀ ਸ਼ਕਤੀ ਜਿਹੜੀ ਹੈ ਇਹਨੂੰ ਪ੍ਰਾਪਤ ਹੋ ਜਾਂਦੀ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜਾ ਇਹ ਪ੍ਰੇਤ ਪਿੰਡੀ ਸਰੀਰ ਹੁੰਦਾ ਹੈ, ਪਿੰਡਾਂ ਤੋਂ ਬਣਿਆ ਜੋ ਇਹਦਾ ਸਰੀਰ ਹੁੰਦਾ ਹੈ, ਇਹਦਾ ਸਰੀਰ ਹੁਣ ਹੱਥ ਭਰਦਾ ਹੁੰਦਾ ਹੈ, ਅੰਗੂਠੇ ਭਰਦਾ ਨਹੀਂ। ਉਹ ਅੰਗੂਠੇ ਭਰਦਾ ਸਰੀਰ ਜੋ ਹੈ ਉਹ ਵਿਣਸ ਜਾਂਦਾ ਹੈ ਤੇ ਪਿੰਡਾਂ ਦਾ ਇਹਦਾ ਸਰੀਰ ਜਿਹੜਾ ਹੈ ਉਹ ਬਣਦਾ ਹੈ, ਜਿਹੜਾ ਕਿ ਇੱਕ ਹੱਥ ਭਰਦਾ ਹੋਇਆ ਕਰਦਾ ਹੈ। ਫਿਰ ਹੁਣ 11ਵੇਂ ਦਿਨ ਉਹਨਾਂ ਪਿੰਡਾਂ ਨੂੰ ਖਾ ਕੇ 12ਵੇਂ ਦਿਨ ਉੱਥੇ ਰਹਿੰਦਾ, 13ਵੇਂ ਦਿਨ ਇਹਦੀ ਯਾਤਰਾ ਜਿਹੜੀ ਹੈ ਉੱਥੋਂ ਆਰੰਭ ਹੋਇਆ ਕਰਦੀ ਹੈ। 13ਵੇਂ ਦਿਨ ਚੱਲਦਾ ਹੈ। ਸਮੇਰ ਪਰਬਤ ਤੋਂ 99 ਯੋਜਨ ਦੱਖਣ ਦੀ ਤਰਫ ਇੱਕ ਸਿਆਮਣੀ ਨਾਮ ਦੀ ਪੁਰੀ ਹੈ, ਯਾਨੀ 396 ਮੀਲ ਦੀ ਵਿੱਥ ਤੇ ਸਮੇਰ ਪਰਬਤ ਤੋਂ ਦੱਖਣ ਵਾਲੇ ਪਾਸੇ ਸਿਆਮਣੀ ਨਾਮ ਦੀ ਪੁਰੀ ਹੈ, ਜਿਹਦੇ 4 ਦਰਵਾਜ਼ੇ ਹਨ, ਇੱਕ ਉੱਤਰ ਵੱਲ, ਦੂਸਰਾ ਪੂਰਬ ਵੱਲ, ਦੱਖਣ ਵੱਲ ਤੇ ਪੱਛਮ ਵੱਲ। 3 ਦਰਵਾਜ਼ੇ ਜਿਹੜੇ ਹਨ ਉਹਨਾਂ ਦੇ ਰਸਤੇ ਗਏ ਹੋਏ ਜੀਵ ਸੁਰਗ ਨੂੰ ਜਾਂਦੇ ਹਨ। ਚੌਥਾ ਜੋ ਦੱਖਣ ਵਾਲੇ ਪਾਸੇ ਦਾ ਦਰਵਾਜ਼ਾ ਹੈ ਉਹਦੇ ਵਿੱਚੋਂ ਦੀ ਲੰਘਿਆ ਹੋਇਆ ਜੀਵ ਸਿੱਧਾ ਨਰਕਾਂ ਨੂੰ ਜਾਂਦਾ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਧਿਆਨ ਰੱਖਣਾ ਕਿ ਨਰਕਾਂ ਦੇ ਵਿੱਚ ਜੀਵ ਨੂੰ ਦੁੱਖ ਦਿੱਤਾ ਜਾਂਦਾ ਹੈ, ਅੱਗ ਦੇ ਵਿੱਚ ਵੀ ਸੁੱਟਿਆ ਜਾਂਦਾ ਹੈ, ਪਰ ਫਿਰ ਵੀ ਮਰਦਾ ਨਹੀਂ। ਉਹ ਕਿਵੇਂ? ਉਹ ਇਸ ਤਰ੍ਹਾਂ ਨਾਲ ਜਾਣ ਲਓ ਜਿਵੇਂ ਕੋਈ ਪੁਰਸ਼ ਰਾਤ ਨੂੰ ਸੌਂਦਾ ਹੈ, ਬਿਸਤਰ 'ਤੇ ਲੇਟਿਆ ਹੁੰਦਾ ਹੈ, ਉਹਨੂੰ ਸੁਪਨਾ ਆਉਂਦਾ ਹੈ। ਸੁਪਨੇ ਦੇ ਵਿੱਚ ਕੀ ਵੇਖਦਾ ਹੈ ਕਿ ਬੜਾ ਭਾਰੀ ਪਹਾੜ ਹੈ ਜਿਹਦੇ ਉੱਤੇ ਉਹ ਚੜ੍ਹਿਆ ਹੋਇਆ, ਉਸ ਪਹਾੜ ਤੋਂ ਹੇਠਾਂ ਡਿੱਗ ਪੈਂਦਾ ਹੈ। ਜਿਸ ਵਕਤ ਉਹ ਹੇਠਾਂ ਡਿੱਗਦਾ ਹੈ ਉਸ ਵਕਤ ਉਹਦੀ ਚੀਕ ਚਿਹਾੜ ਨਿਕਲ ਜਾਂਦੀ, ਬੜਾ ਦੁਖੀ ਹੁੰਦਾ ਹੈ, ਬੜਾ ਦਰਦ ਮਹਿਸੂਸ ਕਰਦਾ ਹੈ। ਜਿੰਨਾ ਦੁੱਖ ਉਹਨੂੰ ਹੁੰਦਾ ਉਹੀ ਜਾਣਦਾ ਹੈ। ਹੁੰਦਾ ਸੁੱਤਾ ਬਿਸਤਰ 'ਤੇ ਲੇਟਿਆ, ਪਰ ਸੁਪਨੇ ਦੇ ਵਿੱਚ ਉਹ ਦੁੱਖ ਭੋਗ ਰਿਹਾ ਹੁੰਦਾ ਹੈ। ਤੇ ਸਾਧ ਸੰਗਤ ਜਿਸ ਵੇਲੇ ਉਹ ਡਿੱਗਦਾ ਹੈ ਨਾ, ਚੀਕਾਂ ਮਾਰਦਾ, ਉਸ ਵਕਤ ਉਹਨੂੰ ਜਾਗ ਆ ਜਾਂਦੀ। ਹੁਣ ਐਡੇ ਉੱਚੇ ਪਹਾੜ ਤੋਂ ਡਿੱਗਿਆ ਮਰਿਆ ਫਿਰ ਵੀ ਨਹੀਂ। ਇਸੇ ਤਰ੍ਹਾਂ ਨਾਲ ਜਾਣ ਲਓ ਕਿ ਨਰਕਾਂ ਦੇ ਵਿੱਚ ਦੁੱਖ ਦਿੱਤਾ ਜਾਂਦਾ ਹੈ ਤੇ ਜੀਵ ਜਿਹੜਾ ਮਰਦਾ ਨਹੀਂ ਹੈ। ਜਿਵੇਂ ਸੁਪਨੇ ਦੇ ਵਿੱਚ ਕਿਸੇ ਨੂੰ ਸ਼ਾਸਤਰ ਦੇ ਨਾਲ ਕੋਈ ਕੱਟ ਦੇਵੇ, ਅੰਗ ਅੰਗੂ ਦਾ ਕੱਟ ਦੇਵੇ, ਤਦ ਵੀ ਪੁਰਸ਼ ਜਿਹੜਾ ਜੀਵਤ ਰਹਿੰਦਾ ਹੈ। ਯਾਨੀ ਇਸੇ ਤਰ੍ਹਾਂ ਨਾਲ ਸੁਪਨੇ ਦੇ ਪੁਰਸ਼ ਦੀ ਨਿਆਈ ਇਹ ਸਮਝ ਲੈਣਾ ਕਿ ਨਰਕਾਂ ਦੇ ਫਲ ਨੂੰ ਇਹ ਜੀਵ ਜਿਹੜਾ ਹੈ ਭੋਗਦਾ ਹੈ, ਉੱਥੇ ਮਰਦਾ ਨਹੀਂ, ਸਿਰਫ ਕਸ਼ਟ ਦਿੱਤੇ ਜਾਂਦੇ ਹਨ। ਖੈਰ ਫਿਰ ਉਸ ਤੋਂ ਅੱਗੇ ਆਪਣਾ 13ਵੇਂ ਦਿਨ ਦੀ ਜਿਹੜੀ ਯਾਤਰਾ ਹੈ ਉਹ ਆਰੰਭ ਹੁੰਦੀ ਹੈ। 16 ਨਗਰ ਆਉਂਦੇ ਹਨ ਰਸਤੇ ਦੇ ਵਿੱਚ। ਸੋਮਪੁਰ, ਸੌਰੀਪੁਰ, ਨਗੇਂਦਰ ਭਵਨ, ਗੰਧਰਵ, ਸ਼ੈਲਾਗਮ, ਕਰੋਚ, ਸੂਰਜਪੁਰ, ਬਚਿੱਤਰ ਭਵਨ, ਬਹਿਵਾਪਦ, ਦਕਸ਼ਪੁਰ।
ਤੇ ਨੌਵਾਂ ਨਾਨਾ ਕਰੁੰਦਪੁਰ ਤੇ ਸੁਤਬਦ ਭਵਨ ਰੌਂਦਰਪੁਰ, ਯਯੋ ਵਰਖਣ, ਸੀਤਾਂਡਿਆ ਤੇ ਬਹੁਪੀਤ। ਇਹ 16 ਨਗਰ ਹਨ। ਇਹਨਾਂ 16 ਨਗਰਾਂ ਦੇ ਵਿੱਚੋਂ ਦੀ ਲੰਘ ਕੇ ਧਰਮ ਰਾਜਾ ਦੀ ਪੁਰੀ ਨੂੰ ਜਾਂਦਾ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। 13ਵੇਂ ਦਿਨ ਆਪਣੀ ਯਾਤਰਾ ਆਰੰਭ ਕਰਦਾ ਹੈ ਤੇ ਉੱਥੋਂ ਚੱਲ ਕੇ 18ਵੇਂ ਦਿਨ ਇਹ ਪਹਿਲੇ ਸੋਮਪੁਰ ਦੇ ਵਿੱਚ ਪਹੁੰਚਦਾ ਹੈ, ਜਿੱਥੇ ਬਹੁਤ ਵੱਡਾ ਪ੍ਰੇਤਾਂ ਦਾ ਅੱਡਾ ਹੈ, ਜਿੱਥੇ ਇੱਕ ਬੋਹੜ ਦਾ ਦਰਖਤ ਵੀ ਹੈ ਤੇ ਪੁਸ਼ਪ ਭਦਰਾ ਨਾਮ ਦੀ ਨਦੀ ਵਗਦੀ ਹੈ। ਸਾਧ ਸੰਗਤ ਦੇ ਵਚਨ ਸੱਚ ਹਨ। ਗੁਰੂ ਸਾਹਿਬ ਜੀ ਨੇ ਬਾਰ-ਬਾਰ ਗੁਰਬਾਣੀ ਦੇ ਵਿੱਚ ਆਪਣੇ ਦੱਸਿਆ ਹੈ ਕਿ ਇਹ ਨਰਕ ਹਨ, ਝੂਠ ਨਹੀਂ। ਜੇ ਕੋਈ ਬੰਦਾ ਕਹੇ ਕਿ ਝੂਠ ਹੈ, ਝੂਠ ਨਹੀਂ, ਇਹ ਸੱਤ ਹੈ। ਅੱਗੇ ਪ੍ਰਮਾਣ ਗੁਰਬਾਣੀ ਦਾ ਦਿੱਤਾ ਜਾਵੇਗਾ। ਉਸ ਤੋਂ ਬਾਅਦ ਜਿਸ ਵਕਤ ਆਪਣਾ 18ਵੇਂ ਦਿਨ ਉਸ ਥਾਂ ਤੇ ਪੁੱਜਦਾ ਹੈ ਤੇ ਉੱਥੇ ਇਹਨੂੰ ਜੋ ਬਾਅਦ ਵਿੱਚ ਪਿੰਡ ਦਾਨ ਕਰਦੇ ਹਨ ਉਹ ਇਹਨੂੰ ਖਿਲਾਇਆ ਜਾਂਦਾ ਹੈ। ਉਸ ਨੂੰ ਖਾ ਪੀ ਕਰਕੇ ਫਿਰ ਇਹ ਉਸ ਤੋਂ ਅੱਗੇ ਚੱਲਦਾ ਹੈ। ਫਿਰ ਤਹਾਂ ਮਾਰਦਾ ਹੈ, ਰੋਂਦਾ ਹੈ, ਕੁਰਲਾਉਂਦਾ ਹੈ, ਆਪਣੇ ਪਿਛਲਿਆਂ ਨੂੰ ਯਾਦ ਕਰਦਾ ਹੈ ਕਿ ਮੇਰੀ ਇੱਥੇ ਰੱਖਿਆ ਕਰਨ ਵਾਸਤੇ ਹੁਣ ਇਸ ਵਕਤ ਹੈ ਕੋਈ ਨਹੀਂ। ਮੈਂ ਜਿਨ੍ਹਾਂ ਦੇ ਲਈ ਕਮਾਇਆ ਸੀ ਇਸ ਵਕਤ ਮੇਰੇ ਨਾਲ ਕੋਈ ਵੀ ਨਹੀਂ ਹੈ। ਗੁਰੂ ਸਾਹਿਬ ਜੀ ਗੁਰਬਾਣੀ ਦੇ ਵਿੱਚ ਬੜਹੰਸ ਰਾਗ ਦੇ ਵਿੱਚ ਫਰਮਾਨ ਕਰਦੇ ਹਨ, ਜਾਂ ਮਾਰਗ ਪੰਥ ਨ ਸੁਝਈ ਉਜੜ ਅੰਧ ਗਵਾਰੋ ਵਾ, ਨਾ ਜਲ ਲੇਫ ਤਲਾਈਆਂ ਨਾ ਭੋਜਨ ਪ੍ਰਕਾਰੋ ਵਾ। ਨਾ ਉੱਤੇ ਲੇਫ ਹੈ, ਨਾ ਤਲਾਈ ਹੈ, ਨਾ ਭੋਜਨ, ਨਾ ਠੰਡਾ ਪਾਣੀ ਉੱਥੇ ਮਿਲਦਾ ਹੈ। ਭੋਜਨ ਪਾਓ ਨਾ ਠੰਡਾ ਪਾਣੀ, ਨਾ ਕਾਪੜ ਸਿੰਗਾਰੋ। ਗੁਰੂ ਸਾਹਿਬ ਆਖਦੇ ਨੇ ਕਿ ਭੋਜਨ ਪਾਓ ਠੰਡਾ ਪਾਣੀ ਤੇ ਨਾ ਹੀ ਕੋਈ ਕੱਪੜਾ ਪਹਿਨਣ ਵਾਸਤੇ ਉੱਥੇ ਹੁੰਦਾ ਹੈ। ਗਲ ਸੰਗਲ ਸਿਰ ਮਾਰੇ ਉਭੋ ਨਾ ਦੀਸੈ ਘਰ ਬਾਹਰੋ। ਗਲ ਦੇ ਵਿੱਚ ਸੰਗਲ ਪਿਆ ਹੁੰਦਾ ਹੈ, ਉੱਤੋਂ ਦੀ ਯਮ ਖੜੋ ਕੇ ਇਸ ਨੂੰ ਮਾਰਦੇ ਹਨ ਤੇ ਇਹਨੂੰ ਫਿਰ ਘਰ-ਬਾਰ ਵੀ ਆਪਣਾ ਕੋਈ ਦਿਸਦਾ ਨਹੀਂ ਹੈ। ਇਬ ਕੇ ਰਾਹੇ ਜੰਮਣ ਨਾਹੀ ਪਛਤਾਣੇ ਸਿਰ ਭਾਰੋ। ਫਿਰ ਜੰਮਾਂ ਨੂੰ ਆਖਦਾ ਹੈ ਕਿ ਮੈਨੂੰ ਕੁਝ ਚਿਰ ਵਾਸਤੇ ਛੱਡ ਦੇਵੋ, ਮੈਂ ਕੋਈ ਧਰਮ ਪੁੰਨ ਕਰ ਲਵਾਂ ਤੇ ਫਿਰ ਤੁਹਾਨੂੰ ਉਹ ਦੇ ਦੇਵਾਂਗਾ। ਉਹ ਜੰਮ ਆਖਦੇ ਹਨ ਤੂੰ ਸਾਰੀ ਉਮਰਾਂ ਪਰ ਕੁਛ ਨਹੀਂ ਕੀਤਾ ਤੇ ਹੁਣ ਕੀ ਕਰੇਂਗਾ, ਹੁਣ ਦੇ ਬੀਜ ਬੀਜੇ ਹੋਏ ਨਹੀਂ ਜੰਮਣਗੇ। ਇਸ ਲਈ ਗੁਰੂ ਸਾਹਿਬ ਆਖਦੇ ਹਨ ਇਬ ਕੇ ਰਾਹੇ ਜੰਮਣ ਨਾਹੀ ਪਛਤਾਣੇ ਸਿਰ ਭਾਰੋ, ਬਿਨ ਸਾਚੇ ਕੋ ਵੇਲੀ ਨਾਹੀ ਸਾਚਾ ਇਹੋ ਵਿਚਾਰੋ। ਹਾਂਜੀ ਸਾਧ ਸੰਗਤ, ਫਿਰ ਇਹ ਜਿਹੜਾ ਪਿੰਡ ਭਰਾਉਂਦੇ ਹਨ ਉਹ ਵੀ ਇਸ ਨੂੰ ਪੂਰਾ ਨਹੀਂ ਮਿਲਦਾ। ਉਹਦੇ ਵਿੱਚੋਂ ਆਪਣੇ 4 ਹਿੱਸੇ ਕੀਤੇ ਜਾਂਦੇ ਹਨ। 2 ਹਿੱਸੇ 5 ਮਹਾਭੂਤ ਧਰਤੀ, ਅਗਨੀ, ਹਵਾ, ਆਕਾਸ਼, ਜਲ, ਇਹ 5 ਲੈ ਲੈਂਦੇ ਹਨ ਤੇ ਇੱਕ ਹਿੱਸਾ ਇਹਦਾ ਜੰਮ ਖਾ ਜਾਂਦੇ ਨੇ ਤੇ ਇੱਕ ਹਿੱਸਾ ਇਹਨੂੰ ਪ੍ਰਾਪਤ ਹੁੰਦਾ ਹੈ। ਇਸ ਲਈ ਗੁਰੂ ਸਾਹਿਬ ਜੀ ਨੇ ਗੁਰਬਾਣੀ 'ਚ ਕਿਹਾ ਹੈ, ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜੰਮ ਜਗਾਤੀ ਲੁੱਟੈ। ਉਹਨੂੰ ਜੰਮ ਲੁੱਟ ਲੈਂਦੇ ਹਨ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੁਟੈ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਵਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਗੁਰੂ ਸਾਹਿਬ ਜੀ ਨੇ ਆਖਿਆ ਸੀ ਕਿ ਮੈਂ ਸਿਰਫ ਨਾਮ ਦੀ ਪੱਤਲ, ਨਾਮ ਦਾ ਕਿਰਿਆ, ਨਾਮ ਦਾ ਦੀਵਾ ਤੇ ਨਾਮ ਦੀ ਜੋਤ ਜਗਾਣਾ ਵਾਂ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੂਕਾ ਜਮ ਸਿਓ ਮੇਲ। ਲੋਕਾਂ ਮਤ ਕੋ ਫਕੜ ਪਾਏ, ਲੱਖ ਮੜਿਆਂ ਕਰ ਏਕਟੇ ਏਕ ਰਤੀਲੇ ਭਾਏ ਰਹੋ। ਪਿੰਡ ਪੱਤਲ ਮੇਰੀ ਕੇਸੋ ਕਰਿਆ, ਸਚ ਨਾਮ ਕਰਤਾਰ, ਇੱਥੇ ਉੱਥੇ ਆਗੇ ਪਾਸ਼ਾ ਇਹੋ ਮੇਰਾ ਆਧਾਰ। ਗੰਗ ਬਨਾਰਸ ਸਿਵ ਤੁਮਾਰੀ, ਨਹਾਵੇ ਆਤਮ ਰਾਓ, ਸੱਚਾ ਨਾਵਣ ਤਾਂ ਥੀਐ ਜਾ ਗੁਰ ਕਾ ਸ਼ਬਦ ਕਮਾਓ। ਇੱਕ ਬ੍ਰਾਹਮਣ ਹੋਰ ਸ਼ਮਸ਼ਰੀ, ਬ੍ਰਾਹਮਣ ਬੱਟ ਪਿੰਡ ਖਾਏ, ਨਾਨਕ ਪਿੰਡ ਬਖਸ਼ੀਸ ਕਾ ਕਬੂ ਨਖੂਟ ਸੁਨਾਹੇ। ਯਾਨੀ ਸੱਚਾ ਪਿੰਡ ਜਿਹੜਾ ਹੈ ਉਹ ਨਾਮ ਦਾ ਹੈ। ਚਾਹੇ ਪੁਰਸ਼ ਨਾਮ ਜਪ ਕੇ ਆਪਣੇ ਪਿਤਰਾਂ ਨੂੰ ਦਾਨ ਕਰੇ ਤਾਂ ਸਾਧ ਸੰਗਤ ਉਹ ਵੀ ਕੀਤਾ ਹੋਇਆ ਜਪਿਆ ਹੋਇਆ ਉਹਨੂੰ ਪਿੰਡ ਬਣ ਕੇ ਹੀ ਉਸ ਨੂੰ ਮਿਲਦਾ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਸ ਤਰ੍ਹਾਂ ਉਹਦੀ ਪੁਖਤਰੇ ਮਿਟਦੀ ਹੈ। ਫਿਰ ਸੋਮਪੁਰ ਤੋਂ ਅੱਗੇ ਰਵਾਨਾ ਹੁੰਦਾ ਹੈ ਸੌਰੀਪੁਰ ਨੂੰ, ਜਿੱਥੇ ਜੰਗਮ ਨਾਮ ਦਾ ਇੱਕ ਰਾਜਾ ਰਹਿੰਦਾ ਹੈ ਤੇ ਜਿੱਥੇ ਬੜੇ ਘਣੇ ਦਰਖਤ ਹਨ ਆਪਣੇ, ਜਿਨ੍ਹਾਂ ਨੂੰ ਅਸਪੱਤਰ ਬਣ ਕਹਿੰਦਾ ਹੈ। 2000 ਯੋਜਨ ਯਾਨੀ 4000 ਮੀਲ ਦਾ ਇਹ ਘਣਾ ਜੰਗਲ ਆਉਂਦਾ ਹੈ, ਜਿਸ ਦੇ ਵਿੱਚੋਂ ਦੀ ਇਹਨੂੰ ਲੰਘਣਾ ਪੈਂਦਾ ਹੈ। ਤਲਵਾਰ ਦੀ ਨਿਆਈ ਤਿੱਖੇ ਧਾਰ ਵਾਲੇ ਪੱਤੇ ਹੁੰਦੇ ਹਨ, ਵਿੱਚ ਉਹਨਾਂ ਦੇ ਜ਼ਹਿਰ ਹੁੰਦੀ ਹੈ। ਇਹ ਗੁਰਬਾਣੀ ਦੇ ਵਿੱਚ ਵੀ ਮਹਾਵਾਕ ਹਨ। ਬਿਮਲ ਨਦੀ
ਗੁਰੂ ਸਾਹਿਬ ਜੀ ਗੁਰਬਾਣੀ ਵਿੱਚ ਜ਼ਿਕਰ ਕਰਦੇ ਹਨ, ਆਗੇ ਬਿਮਲ ਨਦੀ ਬਿਖ ਝੇਲਾ। ਬਿਖ ਝੇਲਾ, ਬਿਖ ਦਾ ਅਰਥ ਜ਼ਹਿਰ ਹੈ, ਝੇਲੇ ਦਾ ਅਰਥ ਬਣ ਹੈ ਕਿ ਅੱਗੇ ਆਗੇ ਬਿਮਲ ਨਦੀ ਬਿਖ ਝੇਲਾ, ਤਿੱਥੇ ਆਵਰ ਨਾ ਕੋਈ ਜੀਓ ਅਕੇਲਾ। ਉੱਥੇ ਹੋਰ ਕੋਈ ਨਹੀਂ ਹੁੰਦਾ, ਇਹ ਜੀਵ ਆਤਮਾ ਜਿਹੜਾ ਪੁਰਸ਼ ਜਿਹੜਾ ਇਕੱਲਾ ਹੁੰਦਾ ਹੈ। ਪੜ ਪੜ ਅਗਨ ਸਾਗਰ ਦੇ ਲਹਿਰੀ, ਪੜ ਦੱਝੈ ਮਨ ਮੁਗਤਾਈ ਹੈ। ਉੱਥੇ ਅਗਨੀ ਜਿਹੜੀ ਹੈ ਉਹ ਪੜ ਪੜ ਕਰਕੇ ਬਲ ਰਹੀ ਹੈ, ਜਿਸ ਦਾ ਵਿਸਥਾਰ ਜਿਹੜਾ ਹੈ ਉਹ 10,000 ਯੋਜਨ ਦਾ ਹੈ। ਇੱਕ ਯੋਜਨ 4 ਮੀਲ ਦਾ ਹੁੰਦਾ ਹੈ, ਇਸ ਕਰਕੇ 40,000 ਮੀਲ ਦੇ ਵਿੱਚੋਂ ਅਗਨੀ ਭੜ ਭੜ ਕਰਕੇ ਬਲ ਰਹੀ ਹੈ। ਗੁਰਬਾਣੀ ਦੇ ਮਹਾਵਾਕਾਂ ਅਨੁਸਾਰ ਸੰਗਤ ਕਿਤੇ ਬਾਹਰੋਂ ਨਹੀਂ। ਆਗੇ ਬਿਮਲ ਨਦੀ ਬਿਖ ਝੇਲਾ, ਤਿੱਥੇ ਆਵਰ ਨਾ ਕੋਈ ਜੀਓ ਅਕੇਲਾ। ਪੜ ਪੜ ਅਗਨ ਸਾਗਰ ਦੇ ਲਹਿਰੀ, ਪੜ ਦੱਝੈ ਮਨ ਮੁਗਤਾਈ ਹੈ। ਉਸ ਅਸਪੱਤਰ ਬਣ ਨੂੰ ਇਹ ਲੰਘਦਾ ਹੈ ਸੌਰਪੁਰ ਤੋਂ ਹੋ ਕੇ, ਫਿਰ ਨਗੇਂਦਰ ਭਵਨ ਪੁੱਜਦਾ ਹੈ। ਨਗੇਂਦਰ ਭਵਨ ਪੁੱਜ ਕਰਕੇ ਉੱਥੇ ਫਿਰ ਆਪਣੇ ਪਿਛਲੇ ਆਪਣੇ ਪੁੱਤਰਾਂ ਦੇ ਵੱਲੋਂ ਦਿੱਤਾ ਹੋਇਆ ਦਾਨ ਜਾਂ ਪਿੰਡ ਜੋ ਵੀ ਹੁੰਦਾ ਉਸ ਨੂੰ ਖਾ ਕੇ ਗੁਜ਼ਾਰਾ ਕਰਦਾ ਹੈ। ਫਿਰ ਉਸ ਤੋਂ ਅੱਗੇ ਗੰਧਰਪੁਰ ਨੂੰ ਜਾਂਦਾ ਹੈ, ਉੱਥੇ ਫਿਰ ਦਿੱਤਾ ਹੋਇਆ ਪਿੰਡ ਖਾਂਦਾ ਹੈ। ਫਿਰ ਕਰੌਂਚਪੁਰ ਨੂੰ ਰਵਾਨਾ ਹੁੰਦਾ ਹੈ, ਉੱਥੇ ਫਿਰ ਦਾਨ ਦਿੱਤਾ ਹੋਇਆ ਪਿੰਡ ਖਾ ਕੇ ਫਿਰ ਉਸ ਤੋਂ ਬਾਅਦ ਸੂਰਜਪੁਰ ਨੂੰ ਤੁਰਦਾ ਹੈ। ਸੂਰਜਪੁਰ ਜਾ ਕੇ 5.5 ਮਹੀਨੇ ਪੁੱਜਦਾ ਹੈ। ਉੱਥੇ ਪੁੱਜ ਕਰਕੇ ਇਹ ਸ਼ਮਾਹੀ ਦਾ ਪਿੰਡ ਜਿਹੜਾ ਹੈ ਜੋ ਭਰਾਉਂਦੇ ਹਨ ਉਸ ਨੂੰ ਖਾਂਦਾ ਹੈ ਤੇ ਘੜੇ ਦਾ ਪਾਣੀ ਪੀ ਕੇ ਗੁਜ਼ਾਰਾ ਕਰਦਾ ਹੈ। ਤੇ ਸਾਧ ਸੰਗਤ ਉਸ ਵਕਤ ਫਿਰ ਰੋਂਦਾ ਬਿਲਕਦਾ ਤਹਾਂ ਮਾਰਦਾ ਹੈ ਤੇ ਯਮ ਦੇ ਦੂਤ ਜਿਹੜੇ ਹਨ ਉਹ ਆਖਦੇ ਹਨ ਕਿ ਭਈ ਜਿਸ ਵਕਤ ਤੈਨੂੰ ਮਨੁੱਖਾ ਸਰੀਰ ਮਿਲਿਆ ਸੀ ਉਸ ਵਕਤ ਤੈ ਕੋਈ ਸ਼ੁਭ ਕਰਮ ਨਹੀਂ ਕੀਤਾ। ਨਿੱਕੇ ਨਿੱਕੇ ਬਾਲ ਵੀ ਜਾਣਦੇ ਸਨ ਧਰਮ ਰਾਜਾ ਦਾ ਨਾਮ, ਕਿਆ ਤੈ ਵੱਡੇ ਵਿਦਵਾਨਾਂ ਦੇ ਕੋਲੋਂ ਨਹੀਂ ਸੁਣਿਆ? ਕਿਆ ਤੈ ਪਰਲੋਕ ਦਾ ਰਸਤਾ ਕਦੇ ਸੁਣਿਆ ਨਹੀਂ ਸੀ ਕਿ ਅੱਗੇ ਜਾ ਕੇ ਮੈਨੂੰ ਲੇਖਾ ਦੇਣਾ ਪੈਣਾ ਹੈ? ਉਸ ਵਕਤ ਤੈ ਸੁਣ ਕੇ ਅਣਸੁਣ ਕਰਕੇ ਤੈ ਕੋਈ ਚੰਗਾ ਕਰਮ ਨਹੀਂ ਕੀਤਾ ਤੇ ਹੁਣ ਆਪਣੇ ਕੀਤੇ ਕਰਮਾਂ ਦਾ ਫਲ ਭੋਗ ਲੈ। ਗੁਰਬਾਣੀ ਬਾਰ-ਬਾਰ ਪੁਕਾਰ ਕੇ ਆਖ ਰਹੀ ਹੈ, ਫਰੀਦਾ 4 ਗਵਾਇਆ ਹੰਡਕੈ, 4 ਗਵਾਇਆ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਇਓ ਕਿਹੜੇ ਕੰਮ। ਨਾਨਕ ਆਖੈ ਰੇ ਮਨਾ ਸੁਣਿਆ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਤਲਵਾ ਪੌਸਨ ਆਕੀਆਂ ਬਾਕੀ ਜਿੰਨਾ ਰਹੀ, ਅਜਰਾ ਈਲ ਫਰੇਸਤਾ ਹੋਸੀ ਆਏ ਤਈ। ਆਵਣ ਜਾਣ ਸੁਝੀ ਭੀੜੀ ਗਲੀ ਫਹੀ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਆਓ ਪ੍ਰੇਮ ਨਾਲ ਪੜ ਲਓ। ਲੇਖਾ ਮੰਗੇਗਾ ਧਰਮ ਰਾਏ ਬਾਣੀਆਂ, ਨਿਮਾਣੀ ਤੇਰੀ ਜਿੰਦੜੀ ਤੋਂ। ਮੰਗੇਗਾ ਧਰਮ ਰਾਏ ਬਾਣੀਆਂ, ਨਿਮਾਣੀ ਤੇਰੀ ਜਿੰਦੜੀ ਤੋਂ। ਲੇਖਾ ਮੰਗੇਗਾ ਧਰਮ ਰਾਏ ਬਾਣੀਆਂ, ਨੇ ਮਾਣੀ ਤੇਰੀ ਜਿੰਦੜੀ ਤੋਂ। ਮੰਗੇਗਾ ਧਰਮ ਰਾਏ ਬਾਣੀਆਂ, ਨੇ ਮਾਣੀ ਤੇਰੀ ਜਿੰਦੜੀ ਤੋਂ। ਲੇਖਾ ਮਾਣੀ ਤੇਰੀ ਜਿੰਦੜੀ ਤੋਂ, ਨੇ ਮਾਣੀ ਤੇਰੀ ਜਿੰਦੜੀ ਤੋਂ। ਨੇ ਮਾਣੀ ਤੇਰੀ ਜਿੰਦੜੀ ਤੋਂ, ਨੇ ਮਾਣੀ ਤੇਰੀ ਜਿੰਦੜੀ ਤੋਂ। ਨੇ ਲੇਖਾ ਮੰਗੇਗਾ ਧਰਮ ਰਾਏ ਬਾਣੀਆਂ, ਨੇ ਮਾਣੀ ਤੇਰੀ ਜਿੰਦੜੀ ਤੋਂ। ਮੰਗੇਗਾ ਧਰਮ ਰਾਏ ਬਾਣੀਆਂ, ਨੇ ਮਾਣੀ ਤੇਰੀ